मैं जगसीर ढिल्लों जी, तुसी देख रहे हो साडा चैनल। ਤੇ ਅਸੀਂ ਖੜੇ ਆ ਜੀ ਇਸ ਟਾਈਮ ਪਿੰਡ ਕੋਟ ਸੁਖੀਆ, ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਜੀ ਕੋਟ ਸੁਖੀਆ। ਇੱਥੋਂ ਦਾ ਡੇਰਾ ਜੀ ਡੇਰਾ ਗਊਸ਼ਾਲਾ ਦੇ ਨਾਂ 'ਤੇ ਮਸ਼ਹੂਰ ਆ ਜੀ ਡੇਰਾ ਇਹ। ਧੰਨ ਧੰਨ ਬਾਬਾ ਹਰਕਾ ਦਾਸ ਜੀ ਦੇ ਨਾਂ ਦੇ ਡੇਰਾ ਚੱਲ ਰਿਹਾ ਜੀ ਇਸ ਟਾਈਮ ਇਹ। ਅਤੇ ਇਸ ਡੇਰੇ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਨੇ ਜੀ ਗਿਆਨੀ ਸਾਧੂ ਸਿੰਘ ਜੀ, ਆਓ ਉਹਨਾਂ ਤੋਂ ਜਾਣਦੇ ਹਾਂ ਪਿੰਡ ਕੋਟ ਸੁਖੀਆ ਦੇ ਡੇਰਾ ਬਾਬਾ ਹਰਕਾ ਦਾਸ ਜੀ ਤਵਚਪੀ, ਉਹਨਾਂ ਦੇ ਡੇਰੇ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਬਾਬਾ ਜੀ, ਅੱਜ ਜਿਹੜਾ ਅਸੀਂ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਇਹ ਡੇਰੇ ਕਿਵੇਂ ਹੋਇਆ ਜੀ, ਇਤਿਹਾਸ ਇਸ ਦਾ ਜੀ ਕੀ ਬਣਿਆ? ਇਹ ਜਿਹੜਾ ਡੇਰਾ ਹੈ ਕੋਟ ਸੁਖੀਆ ਵਿਖੇ, ਇਹ ਸ਼੍ਰੀਮਾਨ 108 ਸੰਤ ਗੋਪਾਲ ਦਾਸ ਜੀ ਮਹਾਰਾਜ ਚੰਗਾਲੀ ਤੋਂ ਆਣ ਕੇ ਇਹ ਡੇਰਾ ਆਬਾਦ ਕੀਤਾ ਸੀ। ਉਹ ਇਹ ਜਿਹੜਾ ਡੇਰਾ ਸੀ ਇਹ ਪਹਿਲਾਂ ਵੱਡੇ ਅਖਾੜੇ ਦੇ ਅਧੀਨ ਸੀ, ਅਤੇ ਇੱਥੇ ਸੰਤ ਗੋਪਾਲ ਦਾਸ ਜੀਆਂ ਤੋਂ ਬਾਅਦ ਸ਼੍ਰੀਮਾਨ 108 ਸੰਤ ਧਿਆਨ ਦਾਸ ਜੀ ਮਹਾਰਾਜ ਉਹਨਾਂ ਦੇ ਸ਼ਿਸ਼ ਸਨ। ਉਹਨਾਂ ਤੋਂ ਅੱਗੇ ਸ਼੍ਰੀਮਾਨ ਸੰਤ ਧਿਆਨ ਦਾਸ ਜੀਆਂ ਦੇ ਸ਼ਿਸ਼ ਸਨ ਬਾਬਾ ਹਰਕਾ ਦਾਸ ਜੀ ਮਹਾਰਾਜ ਢੁੱਡੀ ਵਾਲੇ। ਤਕਰੀਬਨ ਸੰਤ ਹਰਕਾ ਦਾਸ ਜੀ ਮਹਾਰਾਜ 25 ਕੁ ਸਾਲ ਦੀ ਉਮਰ ਦੇ ਵਿੱਚ, ਜਦੋਂ ਕਿ ਉਹਨਾਂ ਦੀ ਸ਼ਾਦੀ ਦੇ ਵਿੱਚ ਤਕਰੀਬਨ 10-15 ਦਿਨ ਰਹਿੰਦੇ ਸਨ, ਅਤੇ ਆਪਣਾ ਘਰ-ਬਾਰ ਤਿਆਗ ਕੇ ਸ਼੍ਰੀਮਾਨ 108 ਸੰਤ ਧਿਆਨ ਦਾਸ ਜੀ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆਏ ਵੱਡਾ ਡੇਰਾ ਵਿਖੇ। ਇੱਥੇ ਆ ਕੇ ਉਹਨਾਂ ਨੇ ਮਹਾਂਪੁਰਸ਼ਾਂ ਦੀ ਸੇਵਾ ਕੀਤੀ। ਸੇਵਾ ਤੋਂ ਪ੍ਰਸੰਨ ਹੋ ਕੇ ਫਿਰ ਉਹਨਾਂ ਤੋਂ ਗੁਰਦੀਖਿਆ ਪ੍ਰਾਪਤ ਕਰਕੇ ਇਸ ਵੱਡਾ ਡੇਰਾ ਜੋ ਦੱਖਣ ਦਿਸ਼ਾ ਦੇ ਵਿੱਚ ਹੈ, ਇਸ ਦੇ ਨਾਲ ਹੀ ਬਹੁਤ ਭਾਰੀ ਝਿੜੀ ਸੀ, ਉਹਦੇ ਵਿੱਚ ਸ਼੍ਰੀਮਾਨ 108 ਸੰਤ ਹਰਕਾ ਦਾਸ ਜੀ ਮਹਾਰਾਜ ਤਪੱਸਿਆ ਨਾਮ ਸਿਮਰਨ ਕਰਨਾ ਆਰੰਭ ਕਰ ਦਿੱਤਾ। ਆਪ ਜਦੋਂ ਘਰ ਤੋਂ ਨਿਕਲੇ ਉਸ ਦਿਨ ਤੋਂ ਹੀ ਆਪ ਜੀ ਨੇ ਵਸਤਰਾਂ ਦਾ ਤਿਆਗ ਕਰ ਦਿੱਤਾ ਸੀ, ਔਰ ਬਿਲਕੁਲ ਤਿਆਗ ਵਿਰਾਗ ਦੇ ਵਿੱਚ ਰਹਿ ਕੇ ਤਕਰੀਬਨ 12 ਸਾਲ ਉਸ ਅਸਥਾਨ ਦੇ ਉੱਤੇ ਤਪ ਕੀਤਾ। 12 ਸਾਲਾਂ ਤੋਂ ਬਾਅਦ ਤਪ ਕਰਨ ਤੋਂ ਬਾਅਦ ਕੋਈ ਅਲੌਕਿਕ ਦ੍ਰਿਸ਼ ਵੀ ਉਹਨਾਂ ਨੂੰ ਦਿਸੇ। ਉਸ ਤੋਂ ਬਾਅਦ ਉਹਨਾਂ ਦੇ ਗੁਰੂ ਸ਼੍ਰੀਮਾਨ 108 ਬਾਬਾ ਧਿਆਨ ਦਾਸ ਜੀ ਮਹਾਰਾਜ ਉਹ ਪੰਜ ਭੂਤਿਕ ਸਰੀਰ ਨੂੰ ਤਿਆਗ ਕੇ ਸੱਚਖੰਡ ਚਲੇ ਗਏ। ਉਸ ਤੋਂ ਉਪਰੰਤ ਸ਼੍ਰੀਮਾਨ 108 ਸੰਤ ਹਰਕਾ ਦਾਸ ਜੀ ਮਹਾਰਾਜ ਜੀਆਂ ਦੇ ਗੁਰ ਭਾਈ ਸ਼੍ਰੀਮਾਨ ਸੰਤ 108 ਸੰਤ ਸੇਵਾ ਦਾਸ ਜੀ, ਉਹਨਾਂ ਨੂੰ ਉਸ ਅਸਥਾਨ ਦੀ ਮਹੰਤੀ ਦੀ ਪੱਗ ਦਿੱਤੀ ਗਈ। ਉਸ ਤੋਂ ਬਾਅਦ ਸ਼੍ਰੀਮਾਨ 108 ਸੰਤ ਹਰਕਾ ਦਾਸ ਜੀ ਮਹਾਰਾਜ ਦੇ ਮਨ ਦੇ ਵਿੱਚ ਗੁਰੂ ਦੇ ਚਲੇ ਜਾਣ ਦੇ ਬਹੁਤ ਜ਼ਿਆਦਾ ਵਿਰਾਗ ਪੈਦਾ ਹੋ ਗਿਆ, ਅਤੇ ਆਪ ਸਦਾ ਹੀ ਉਪਰਾਮ ਰਹਿਣ ਲੱਗੇ। ਤਾਂ ਕੁਛ ਕੁ ਸਮੇਂ ਤੋਂ ਬਾਅਦ ਆਪ ਜੀ ਨੇ ਉਸ ਅਸਥਾਨ ਨੂੰ ਛੱਡ ਕੇ ਅਤੇ ਭਲੂਰ ਦੇ ਨਜ਼ਦੀਕ ਜੋ ਮਟੀਲੀ ਵਾਲਾ ਡੇਰਾ ਵੱਜਦਾ ਹੈ, ਉਸ ਅਸਥਾਨ 'ਤੇ ਜਾ ਕੇ ਚੁੱਪ ਚਪੀਤੇ ਰਾਤ ਨੂੰ ਉੱਥੇ ਜਾ ਕੇ ਬਿਰਾਜਮਾਨ ਹੋ। ਤਾਂ ਕੁਦਰਤ ਦੀ ਐਸੀ ਖੇਡ ਹੋਈ ਕਿ ਉਸ ਰਾਤ ਨੂੰ ਬੜੀ ਭਾਰੀ ਹਨੇਰੀ ਆਈ। ਹਨੇਰੀ ਆਉਣ ਦੇ ਨਾਲ ਉਸ ਸਮੇਂ ਦੇ ਵਿੱਚ ਪੋਲੀ ਆਦਿਕ ਬਹੁਤ ਜ਼ਿਆਦਾ ਹੁੰਦੀ ਸੀ। ਉਹਨਾਂ ਦੇ ਸਰੀਰ ਦੇ ਚਾਰ ਚੁਫੇਰੇ ਪੋਲੀ ਲੱਗ ਕੇ ਬਹੁਤ ਸਾਰੇ ਟਿੱਬਿਆਂ ਦੀ ਰੇਤਾ ਉਹਨਾਂ ਦੇ ਪਾਸੇ ਲੱਗ ਗਈ। ਸੁਬਾਹ ਸਾਰ ਜਦੋਂ ਕੋਈ ਕਿਸਾਨ, ਉਹ ਖੇਤ ਵਾਲਾ ਜ਼ਿਮੀਂਦਾਰ ਉਸ ਸਥਾਨ 'ਤੇ ਗਿਆ, ਉਹਨੇ ਦੇਖਿਆ ਕਿ ਪੋਲੀ ਦਾ ਢੇਰ ਪਿਆ। ਇੱਕ ਸਲੰਗ ਦੇ ਨਾਲ ਉਸ ਨੂੰ ਫਰੋਲ ਕੇ ਵੀ ਅੱਗ ਲਾ ਦੇਵਾਂ। ਜਦੋਂ ਫਰੋਲਣ ਲੱਗਾ ਉਹਦੇ ਵਿੱਚੋਂ ਰਾਮ ਰਾਮ ਦੀ ਆਵਾਜ਼ ਆਈ। ਰਾਮ ਰਾਮ ਦੀ ਜਦੋਂ ਆਵਾਜ਼ ਆਈ, ਉਹ ਪਹਿਲਾਂ ਤਾਂ ਡਰ ਗਿਆ। ਉਸ ਤੋਂ ਬਾਅਦ ਉਹਨੇ ਉਹ ਪੌੜੀ ਪਾਸੇ ਕਰਕੇ ਦੇਖਿਆ ਤਾਂ ਮਹਾਂਪੁਰਸ਼ ਸ਼੍ਰੀਮਾਨ 108 ਬਾਬਾ ਹਰਕਾ ਦਾਸ ਜੀ ਮਹਾਰਾਜ ਉੱਥੇ ਬਿਰਾਜਮਾਨ ਸੀ। ਉਸੇ ਤਰ੍ਹਾਂ ਹੀ ਵਾਪਸ ਨਗਰ ਦੇ ਵਿੱਚ ਆਇਆ। ਨਗਰ ਦੇ ਵਿੱਚ ਆ ਕੇ ਦੱਸਿਆ ਕਿ ਮਹਾਂਪੁਰਸ਼ ਉਸ ਅਸਥਾਨ 'ਤੇ ਬੈਠੇ ਹਨ। ਤਾਂ ਇਸ ਨਗਰ ਦੇ ਵਿੱਚੋਂ ਕੁਝ ਪਤਵੰਤੇ ਸੱਜਣ ਉਸ ਵੇਲੇ ਰਾਤ ਹੁੰਦੇ ਸੀ, ਰਾਤ ਲੈ ਕੇ ਗਏ। ਉੱਧਰੋਂ ਕਿਸੇ ਬੰਦੇ ਨੇ, ਕੋਈ ਭਲੂਰ ਤੋਂ ਆਦਮੀ ਢੁੱਡੀ ਦਾ ਲੰਘਦਾ ਸੀ, ਉਹਨੇ ਢੁੱਡੀ ਜਾ ਕੇ ਖਬਰ ਦਿੱਤੀ ਕਿ ਆਪਣੇ ਮਹਾਂਪੁਰਸ਼ ਜਿਹੜੇ ਹੈ ਉਹ ਬਾਹਰ ਖੇਤਾਂ 'ਚ ਮਟੀਲੀ ਵਾਲੇ ਡੇਰੇ ਤੋਂ ਪਾਸੇ ਬੈਠੇ ਹਨ। ਤਾਂ ਢੁੱਡੀ ਦੇ ਵੀ ਕੋਈ ਪਤਵੰਤੇ ਸੱਜਣ ਉਸ ਸਥਾਨ 'ਤੇ ਪੁੱਜੇ। ਤਾਂ ਉੱਥੇ
ਜਿਹੜੀ ਵਿਚਾਰ ਇਹ ਚੱਲੀ ਕਿ ਢੁੱਡੀ ਵਾਲੇ ਜਿਹੜੇ ਮੁਖੀ ਬੰਦੇ ਸੀ ਉਹ ਕਹਿੰਦੇ ਸੀ ਸਾਡੇ ਸੰਤ ਸਾਡੇ ਨਗਰ ਦੇ, ਅਸੀਂ ਆਪਣੇ ਨਗਰ ਵਿੱਚ ਲੈ ਕੇ ਜਾਣਾ। ਅਤੇ ਕੋਟ ਸੁਖੀਏ ਦੇ ਜਿਹੜੇ ਪਤਵੰਤੇ ਸੱਜਣ ਸੀ ਉਹ ਕਹਿੰਦੇ ਵੀ ਅਸੀਂ ਕੋਟ ਸੁਖੀਏ ਸਾਡੇ ਸੰਤ ਅਸੀਂ ਇੱਥੇ ਲੈ ਕੇ ਜਾਣਾ। ਚਲੋ ਮਹਾਂਪੁਰਸ਼ ਇੱਕ ਵਾਰਾਂ ਸਾਰਿਆਂ ਦੇ ਕਹਿਣ 'ਤੇ ਜਦੋਂ ਰਥ ਵਿੱਚ ਬੈਠ ਗਏ ਅਤੇ ਜਦੋਂ ਇਸ ਨਗਰ ਦੇ ਇਹ ਧੂੜਕੋਟ ਵਾਲੀ ਸਾਈਡ 'ਤੇ ਜਿੱਥੇ ਹੁਣ ਗਊਸ਼ਾਲਾ ਹੈ, ਡੇਰਾ ਗਊਸ਼ਾਲਾ ਕੋਟ ਸੁਖੀਆ, ਇਸ ਅਸਥਾਨ ਦੇ ਨਜ਼ਦੀਕ ਆਏ ਤਾਂ ਉਦੋਂ ਇਹ ਬਾਹਰ ਉਜਾੜ ਅਸਥਾਨ ਸੀ, ਬੜੇ ਝਾੜ ਬੂਟ ਸੀਗੇ, ਮਲੇ ਆਦਿਕ। ਤਾਂ ਇੱਕਦਮ ਹੀ ਸ਼੍ਰੀਮਾਨ ਸੰਤ ਹਰਕਾਦਾਸ ਜੀ ਮਹਾਰਾਜ ਨੇ ਇਸ਼ਾਰਾ ਕੀਤਾ ਰਥ 'ਚ ਰੱਖਣ ਵਾਲੇ ਨੂੰ, ਅਤੇ ਰੋਕ ਕੇ ਰਥ ਅਤੇ ਮਹਾਂਪੁਰਸ਼ ਰਥ ਦੇ ਵਿੱਚੋਂ ਉਤਰ ਕੇ ਕਹਿੰਦੇ ਨਾ ਤੁਹਾਡੇ ਜਾਈਏ ਅਤੇ ਨਾ ਇਹਨਾਂ ਦੇ, ਤਾਂ ਕਹਿ ਕੇ ਉਸ ਝਾੜ ਬੂਟਾਂ ਦੀ ਝਿੜੀ ਦੇ ਵਿੱਚ ਬੈਠ ਗਏ। ਫਿਰ ਇੱਥੇ ਥੋੜ੍ਹਾ ਜਿਹਾ ਥਾਂ ਰੋੜਾ ਬਣਾ ਕੇ ਉਸ ਦੇ ਉੱਤੇ ਆਪ ਸਥਾਪਿਤ ਹੋ ਕੇ ਤਾਂ ਭਜਨ ਸਿਮਰਨ ਕਰਨ ਲੱਗੇ। ਕੁਛ ਮਿੱਟੀ ਦੇ ਉਸ ਵੇਲੇ ਘੜੇ ਹੁੰਦੇ ਸੀ, ਜਿਹੜੇ ਠੂਲੇ ਉਹ ਵੀ ਮਿੱਟੀ ਦੇ ਹੁੰਦੇ ਸੀ, ਉਹਨਾਂ ਦੇ ਜਲ ਪਾਣੀ ਛਕਦੇ ਸੀ। ਅਤੇ ਇੱਕ ਪੱਖੀ ਹੁੰਦੀ ਸੀ, ਜਦੋਂ ਕੋਈ ਮਾਈਆਂ ਬੀਬੀਆਂ ਨਗਰ ਦੇ ਵਿੱਚੋਂ ਜਾਂਦੀਆਂ ਸੀ ਉਹ ਆਪਣੀ ਪੱਖੀ ਬੁੱਕਲ ਦੇ ਵਿੱਚ ਰੱਖ ਲੈਂਦੇ ਸੀ ਅਤੇ 5-7 ਮਿੰਟ ਤੋਂ ਵੱਧ ਕਿਸੇ ਨੂੰ ਆਪਣੇ ਪਾਸ ਨਹੀਂ ਬੈਠਣ ਦਿੰਦੇ ਸੀ, ਉਦੋਂ ਹੀ ਵਿਦਾਇਗੀ ਦੇ ਦਿੰਦੇ ਸੀ। ਇਸ ਅਸਥਾਨ ਦੇ ਉੱਤੇ ਮਹਾਂਪੁਰਸ਼ਾਂ ਨੇ ਫਿਰ ਦਿਨ ਰਾਤ ਬਹੁਤ ਮਹਾਨ ਤਪੱਸਿਆ ਕੀਤੀ ਕਿ ਮਹਾਂਪੁਰਸ਼ਾਂ ਦਾ ਰੋਜ਼ ਦਾ ਜਿਹੜਾ ਨਿਤਨੇਮ ਸੀ ਸਿਮਰਨ ਭਜਨ ਤੋਂ ਬਿਨਾਂ 24 ਸੁਖਮਨੀ ਸਾਹਿਬ ਦੇ ਪਾਠ ਦਿਨ ਰਾਤ ਦੇ ਮਹਾਂਪੁਰਸ਼ਾਂ ਦਾ ਸਿਮਰਨ ਸੀ, ਅਤੇ ਅਥਾਹ ਗੁਰਬਾਣੀ ਦੇ ਨਾਲ ਪ੍ਰੇਮ ਸੀ, ਅਤੇ ਇੱਥੇ ਹੀ ਸਿਮਰਨ ਭਜਨ ਦੇ ਵਿੱਚ ਲਵਲੀਨ ਰਹਿੰਦੇ ਸਨ ਦਿਨ ਰਾਤ। ਤਾਂ ਇਸ ਮਹਾਨ ਤਪੱਸਿਆ ਨੂੰ ਵੇਖ ਕੇ ਕੋਟ ਸੁਖੀਆ ਨਗਰ ਦੇ ਹੀ ਸ਼੍ਰੀਮਾਨ 108 ਸਵਾਮੀ ਮੋਹਨਦਾਸ ਜੀ ਮਹਾਰਾਜ ਉਹ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਸਨ। ਤਾਂ ਉਹ ਜਦੋਂ ਹਾਜ਼ਰ ਹੁੰਦੇ ਸੀ ਕੁਝ ਸਮਾਂ ਸੇਵਾ ਕਰਕੇ ਵਾਪਸ ਘਰ ਆ ਜਾਂਦੇ ਸਨ, ਪਰ ਇੱਕ ਦਿਨ ਉਹਨਾਂ ਨੇ ਐਸਾ ਮਨ ਬਣਾਇਆ ਸ਼੍ਰੀਮਾਨ ਸਵਾਮੀ ਮੋਹਨਦਾਸ ਜੀ ਮਹਾਰਾਜ ਜੀ ਨੇ ਕਿ ਹੋਵੇ ਨਾ ਮਹਾਂਪੁਰਸ਼ਾਂ ਦੇ ਚਰਨ ਸ਼ਰਨ ਵਿੱਚ ਰਹਿ ਕੇ ਹੀ ਇਹਨਾਂ ਦੀ ਸੇਵਾ ਕੀਤੀ ਜਾਵੇ। ਤਾਂ ਉਸ ਦਿਨ ਤੋਂ ਸ਼੍ਰੀਮਾਨ ਸਵਾਮੀ ਮੋਹਨਦਾਸ ਜੀ ਮਹਾਰਾਜ ਸ਼੍ਰੀਮਾਨ 108 ਸੰਤ ਹਰਕਾਦਾਸ ਜੀਆਂ ਦੇ ਹੋ ਕੇ ਰਹਿ ਗਏ ਅਤੇ ਬੜਾ ਹੀ ਅਣਥੱਕ ਮਹਾਂਪੁਰਸ਼ਾਂ ਦੀ ਸੇਵਾ ਕੀਤੀ। ਸੇਵਾ ਦੇ ਨਾਲ ਕਿ ਉਹਨਾਂ ਮਹਾਂਪੁਰਸ਼ ਸ਼੍ਰੀ ਸਵਾਮੀ ਮੋਹਨਦਾਸ ਜੀ ਮਹਾਰਾਜ ਜੀਆਂ ਨੂੰ ਗਊਆਂ ਦੀ ਸੇਵਾ ਕਰਨ ਦਾ ਬੜਾ ਉਤਸ਼ਾਹ ਸੀ। ਤਾਂ ਗਊਆਂ ਦੀ ਸੇਵਾ ਕਰਨ ਦਾ ਜਦੋਂ ਉਤਸ਼ਾਹ ਸੀ ਤਾਂ ਉਸ ਉਸਤਾਹ ਦੇ ਸਦਕੇ ਕੁਛ ਕੁ ਗਊਆਂ ਉੱਥੇ ਲਿਆ ਕੇ ਮਹਾਂਪੁਰਸ਼ਾਂ ਨੇ ਉਹਨਾਂ ਦੀ ਸੇਵਾ ਆਰੰਭ ਕਰ ਦਿੱਤੀ। ਤਾਂ ਸੇਵਾ ਆਰੰਭ ਕਰਨ ਦੇ ਨਾਲ ਫਿਰ ਇੱਕ ਚੌਧਰੀ ਕੋਟਕਪੂਰੇ ਦਾ ਸੀ, ਉਹ ਬਾਬਾ ਹਰਕਾਦਾਸ ਜੀਆਂ ਵਾਸਤੇ ਰੋਜ਼ਾਨਾ ਹੀ ਨੰਗੇ ਪੈਰੀਂ ਕੋਟਕਪੂਰੇ ਤੋਂ ਦਹੀਂ ਲੈ ਕੇ ਆਉਂਦਾ ਸੀ। ਦਹੀਂ ਦੀ ਸੇਵਾ ਉਹ ਰੋਜ਼ ਕਰਦਾ ਸੀ। ਉਸ ਤੋਂ ਕੁਛ ਸਮੇਂ ਬਾਅਦ ਉਸ ਚੌਧਰੀ ਦੇ ਮਨ ਦੇ ਵਿੱਚ ਕੁਛ ਇਹ ਖਿਆਲ ਆਇਆ ਕਿ ਹੋਵੇ ਨਾ ਇੱਥੇ ਕੋਈ ਮਕਾਨ ਬਣਾਇਆ ਜਾਵੇ। ਫਿਰ ਉਸ ਚੌਧਰੀ ਦੇ ਬੇਨਤੀ ਕਰਨ 'ਤੇ ਸ਼੍ਰੀਮਾਨ 108 ਸੰਤ ਬਾਬਾ ਹਰਕਾਦਾਸ ਜੀਆਂ ਤੋਂ ਆਗਿਆ ਲੈ ਕੇ ਇਸ ਅਸਥਾਨ ਦੇ ਜੋ ਗਊਸ਼ਾਲਾ ਬਾਬਾ ਹਰਕਾਦਾਸ ਜੀ ਤਪੱਸੀਆਂ ਦੇ ਨਾਂ 'ਤੇ ਹੈ, ਇਸ ਅਸਥਾਨ ਦੇ ਉੱਤੇ ਇੱਕ ਖੂਹੀ ਲਵਾਈ ਗਈ, ਕੁਛ ਕਮਰੇ ਸਥਾਪਿਤ ਕੀਤੇ ਗਏ। ਉਸ ਤੋਂ ਬਾਅਦ ਫਿਰ ਇਹ ਸੇਵਾ ਜਿਹੜੀ ਸੀ ਵੱਧਦੀ ਸ਼੍ਰੀਮਾਨ 108 ਸੰਤ ਸਵਾਮੀ ਬਾਬਾ ਮੋਹਨਦਾਸ ਜੀ ਮਹਾਰਾਜ ਜੀਆਂ ਦੇ ਬੜੇ ਹੀ ਉਦਮ ਉਪਰਾਲੇ ਦੇ ਨਾਲ ਇਹ ਦੇਸ਼ ਦੇ ਕੋਨੇ ਦੇ ਵਿੱਚ ਹਰ ਜਗ੍ਹਾ 'ਤੇ ਹਰ ਇੱਕ ਥਾਂ 'ਤੇ ਹੀ ਇਸ ਦੀ ਸ਼ੋਭਾ ਹੋਣ ਲੱਗੀ। ਤਾਂ ਇਸ ਤਰ੍ਹਾਂ ਸੇਵਾ ਕਰਦਿਆਂ ਜਦੋਂ ਸ਼੍ਰੀਮਾਨ ਹਰਕਾਦਾਸ ਜੀ ਮਹਾਰਾਜ ਜੀਆਂ ਦੇ ਐਸੇ ਅਨੁਭਵ ਕਿ ਫਿਰ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਉਹਨਾਂ ਨੂੰ ਇਲਾਹੀ ਬਾਣੀ ਕੋਈ ਫੁਰਨੀ ਸ਼ੁਰੂ ਹੋਈ। ਤਾਂ ਮਹਾਂਪੁਰਸ਼ ਆਪ ਤਾਂ ਕੁਛ ਲਿਖ ਪੜ੍ਹ ਨਹੀਂ ਸਕਦੇ ਸਨ। ਫਿਰ ਉਹਨਾਂ ਨੇ ਕੋਟ ਸੁਖੀਆ ਨਗਰ ਦੇ ਸ਼੍ਰੀਮਾਨ ਬਹੁਤ ਹੀ ਸਤਿਕਾਰਯੋਗ ਹਸਤੀ ਸੀ ਜੋ ਕਿ ਸਰਦਾਰ ਗੰਗਾ ਸਿੰਘ ਜੀ, ਸਰਦਾਰ ਆਨੰਦ ਸਿੰਘ ਜੀ, ਉਸ ਨੂੰ ਆਪਣੇ ਪਾਸ ਬੁਲਾਇਆ ਕਿ ਤੂੰ ਲਿਖਣ ਜਾਣਦਾ ਹੈ ਤਾਂ ਤੂੰ ਕੁਛ ਲਿਖ। ਤਾਂ ਸ਼੍ਰੀਮਾਨ 108 ਸਵਾਮੀ
ਹਰਕਾ ਦਾਸ ਜੀ ਮਹਾਰਾਜ ਆਪਣੇ ਰਸਨਾ ਤੋਂ ਬਾਣੀ ਉਚਾਰਦੇ ਹੁੰਦੇ ਸਨ ਅਤੇ ਉਹ ਸਰਦਾਰ ਆਨੰਦ ਸਿੰਘ ਜੀ ਲਿਖਦੇ ਹੁੰਦੇ ਸਨ। ਤਾਂ ਇਸ ਤਰ੍ਹਾਂ ਜੋ ਇਹ ਬ੍ਰਹਮ ਪ੍ਰਕਾਸ਼ ਗ੍ਰੰਥ ਹੈ, ਇਹ ਜੋ ਬ੍ਰਹਮ ਪ੍ਰਕਾਸ਼ ਗ੍ਰੰਥ ਹੈ, ਇਸ ਦੀ ਸਥਾਪਨਾ ਹੋਈ। ਇਹ ਇਲਾਹੀ ਬਾਣੀ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਅਤੇ ਇਸ ਨੂੰ ਫਿਰ ਉਹ ਛਪਵਾਉਣ ਦਾ ਉਪਰਾਲਾ ਵੀ ਸਰਦਾਰ ਕਰਤਾਰ ਸਿੰਘ ਸਕੀਜਾ ਚੌਧਰੀ ਅਤੇ ਹੋਰ ਕਈ ਉਸ ਵੇਲੇ ਦੇ ਪਤਵੰਤੇ ਮੁਖੀ ਸੇਵਾਦਾਰ ਸਨ, ਉਹਨਾਂ ਨੇ ਇਸ ਨੂੰ ਛਪਾਉਣ ਦਾ ਉਪਰਾਲਾ ਕੀਤਾ। ਇਸ ਤਰ੍ਹਾਂ ਇਹ ਜਿਹੜੀ ਸੇਵਾ ਚੱਲਦੀ ਚੱਲਦੀ ਸ਼੍ਰੀਮਾਨ 108 ਸੰਤ ਬਾਬਾ ਹਰਕਾ ਦਾਸ ਜੀ ਨੇ ਜਦੋਂ ਆਪਣਾ ਪੰਜ ਭੂਤਕ ਸਰੀਰ ਤਿਆਗ ਦਿੱਤਾ ਤਾਂ ਉਸ ਤੋਂ ਬਾਅਦ ਇਹ ਗਊਸ਼ਾਲਾ ਦੀ ਜੋ ਮਹੰਤੀ ਸੀ, ਉਹਨਾਂ ਦੇ ਸ਼ਿਸ਼ ਸ਼੍ਰੀਮਾਨ 108 ਸੰਤ ਮੋਹਨ ਦਾਸ ਜੀ ਮਹਾਰਾਜ ਜੀਆਂ ਨੂੰ ਪ੍ਰਾਪਤ ਹੋਈ। ਉਹ ਗੱਦੀ 'ਤੇ ਸੁਸ਼ੋਭਿਤ ਹੋਏ। ਉਹਨਾਂ ਨੇ ਫਿਰ ਆਪਣੇ ਗੁਰੂ ਦੇ ਦੱਸੇ ਹੋਏ ਉਪਦੇਸ਼ਾਂ ਅਨੁਸਾਰ ਇਸ ਅਸਥਾਨ ਨੂੰ ਹੋਰ ਵੀ ਬਹੁਤ ਚਾਰ ਚੰਨ ਲਾਏ। ਬੜੇ ਹੀ ਮਹਾਨ ਗਊਆਂ ਦੀ ਕਿ ਜਿਹੜੀਆਂ ਆਮ ਗਊਆਂ ਰੁਲਦੀਆਂ ਫਿਰਦੀਆਂ ਸਨ, ਉਹਨਾਂ ਨੂੰ ਵੀ ਇਕੱਤਰ ਕਰਕੇ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਨਾਲ ਨਾਲ ਗੁਰਬਾਣੀ ਦਾ ਪ੍ਰਚਾਰ ਵੀ ਕਰਨਾ ਸ਼ੁਰੂ ਕੀਤਾ। ਅਖੰਡ ਪਾਠਾਂ ਦੀਆਂ ਲੜੀਆਂ, ਸਹਿਜ ਪਾਠਾਂ ਦੀਆਂ ਲੜੀਆਂ, ਬਹੁਤ ਸਾਰਾ ਮਹਾਂਪੁਰਸ਼ਾਂ ਨੇ ਜਗਤ ਦੇ ਉੱਤੇ ਪਰਉਪਕਾਰ ਕੀਤਾ। ਤਾਂ ਪਰਉਪਕਾਰ ਕਰਨ ਤੋਂ ਬਾਅਦ ਜਦੋਂ ਸ਼੍ਰੀਮਾਨ 108 ਸਵਾਮੀ ਮੋਹਨ ਦਾਸ ਜੀ ਮਹਾਰਾਜ ਨੇ ਆਪਣਾ ਪੰਜ ਭੂਤਕ ਸਰੀਰ ਤਿਆਗਿਆ, ਉਸ ਤੋਂ ਬਾਅਦ ਸ਼੍ਰੀਮਾਨ 108 ਸੰਤ ਭਗਵਾਨ ਦਾਸ ਜੀ ਮਹਾਰਾਜ ਨਿਰਵਾਣ ਜੀ ਢੁੱਡੀ ਵਾਲੇ, ਉਹਨਾਂ ਨੂੰ ਇਸ ਅਸਥਾਨ ਦੀ ਮਹੰਤੀ ਦੀ ਸੇਵਾ ਦਿੱਤੀ ਗਈ। ਅਤੇ ਉਸ ਤੋਂ ਪਹਿਲਾਂ ਵੀ ਸ਼੍ਰੀਮਾਨ 108 ਸੰਤ ਮੋਹਨ ਦਾਸ ਜੀ ਮਹਾਰਾਜ ਇਹ ਆਪਣੀ ਮੁਬਾਰਕ ਰਸਨਾ ਤੋਂ ਕਥਨ ਕਰਿਆ ਕਰਦੇ ਸਨ ਕਿ ਜਦੋਂ ਸ਼੍ਰੀਮਾਨ 108 ਸਵਾਮੀ ਹਰਕਾ ਦਾਸ ਜੀ ਮਹਾਰਾਜ ਜੀ ਨੇ ਆਪਣਾ ਪੰਜ ਭੂਤਕ ਸਰੀਰ ਛੱਡਿਆ, ਉਸ ਤੋਂ ਪਹਿਲਾਂ ਉਹ ਆਪਣੀ ਮੁਬਾਰਕ ਰਸਨਾ ਤੋਂ ਇਹ ਬਹੁਤ ਵਾਰੀ ਵਿਖਿਆਨ ਕਰਦੇ ਹੁੰਦੇ ਸਨ ਕਿ ਸਾਡੀ ਭਗਤੀ ਦੇ ਵਿੱਚ ਕੁਛ ਵਿਘਨ ਪੈਣ ਕਾਰਨ ਅਸੀਂ ਹੁਣ ਇੱਕ ਜਨਮ ਹੋਰ ਉਸੇ ਘਰ ਤੋਂ ਉਸੇ ਅਸਥਾਨ ਤੋਂ ਢੁੱਡੀ ਵਿਖੇ ਲਵਾਂਗੇ। ਅਤੇ ਜਦੋਂ ਸਵਾਮੀ ਮੋਹਨ ਦਾਸ ਜੀ ਮਹਾਰਾਜ ਕਹਿੰਦੇ, ਅਸੀਂ ਉਹਨਾਂ ਤੋਂ ਪੁੱਛਿਆ ਕਿ ਉਹ ਨਿਸ਼ਾਨੀਆਂ ਕੀ ਹੋਣਗੀਆਂ, ਤਾਂ ਸੰਤ ਹਰਕਾ ਦਾਸ ਜੀ ਮਹਾਰਾਜ ਇਹੀ ਕਥਨ ਕਰਦੇ ਸੀ ਕਿ ਹੋਰ ਤਾਂ ਨਿਸ਼ਾਨੀਆਂ ਸਾਰੀਆਂ ਸਾਡੀਆਂ ਇੰਨ ਬਿੰਨ ਉਹੀ ਹੋਣਗੀਆਂ, ਪਰ ਉਦੋਂ ਕਲਯੁਗ ਦਾ ਬੜਾ ਪ੍ਰਭਾਵ ਹੋਵੇਗਾ, ਇਸ ਕਰਕੇ ਸਾਡੇ ਤੇੜ ਖੱਦਰ ਦਾ ਸਾਫਾ ਔਰ ਭੂਰੀ ਰੱਖਿਆ ਕਰਾਂਗੇ। ਇਹ ਬਚਨ ਵੀ ਸਾਕਾਰ ਹੋਏ ਕਿ ਫਿਰ ਉਹੋ ਹੀ ਸ਼੍ਰੀਮਾਨ 108 ਸੰਤ ਬਾਬਾ ਹਰਕਾ ਦਾਸ ਜੀ ਦਾ ਸਰੂਪ ਹੀ ਸ਼੍ਰੀਮਾਨ 108 ਸੰਤ ਭਗਵਾਨ ਦਾਸ ਜੀ ਨਿਰਵਾਣ ਜੀ ਇਸ ਸਥਾਨ ਦੇ ਉੱਤੇ ਆਏ। ਤਕਰੀਬਨ ਉਹਨਾਂ ਦੇ ਵੀ ਕੋਈ 15 ਕੁ ਦਿਨ ਹੀ ਸ਼ਾਦੀ ਦੇ ਵਿੱਚ ਰਹਿੰਦੇ ਸਨ ਜਦੋਂ ਉਹ ਘਰ-ਬਾਰ ਤਿਆਗ ਕੇ ਇਸ ਸਥਾਨ 'ਤੇ ਆ ਕੇ ਸਵਾਮੀ ਮੋਹਨ ਦਾਸ ਜੀ ਮਹਾਰਾਜ ਜੀਆਂ ਦੀ ਚਰਨ ਸ਼ਰਨ ਵਿੱਚ ਆ ਕੇ ਸੇਵਾ ਨੂੰ ਸਮਰਪਿਤ ਹੋਏ। ਅਤੇ ਸ਼੍ਰੀਮਾਨ 108 ਭਗਵਾਨ ਦਾਸ ਜੀ ਮਹਾਰਾਜ ਜੀਆਂ ਤੋਂ ਉਪਰੰਤ ਉਹਨਾਂ ਦੇ ਪੰਜ ਭੂਤਕ ਸਰੀਰ ਛੱਡਣ ਤੋਂ ਬਾਅਦ ਫਿਰ ਉਹਨਾਂ ਦੇ ਸ਼ਿਸ਼ ਸ਼੍ਰੀਮਾਨ 108 ਸੰਤ ਹਰੀਦਾਸ ਜੀ ਮਹਾਰਾਜ ਜੋ ਕੋਟ ਸੁਖੀਆ ਨਗਰ ਦੇ ਹੀ ਜੰਪਲ ਸਨ, ਉਹਨਾਂ ਨੂੰ ਇੱਥੋਂ ਦੀ ਮਹੰਤੀ ਦਿੱਤੀ ਗਈ। ਤਾਂ ਉਹਨਾਂ ਨੇ ਵੀ ਬੜੀ ਤਨ ਮਨ ਦੇ ਨਾਲ ਇਸ ਸਥਾਨ ਦੀ ਗਊਆਂ ਦੀ ਸੇਵਾ ਕੀਤੀ। ਉਹਨਾਂ ਦੇ ਪੰਜ ਭੂਤਕ ਸਰੀਰ ਛੱਡਣ ਤੋਂ ਬਾਅਦ ਹੁਣ ਜੋ ਮੌਜੂਦਾ ਮਹੰਤ ਹਨ ਸ਼੍ਰੀਮਾਨ 108 ਸੰਤ ਗਗਨਦਾਸ ਜੀ, ਜਿਨ੍ਹਾਂ ਦਾ ਜਨਮ ਸਥਾਨ ਵੀ ਕੋਟ ਸੁਖੀਆ ਹੀ ਹੈ, ਉਹ ਹੁਣ ਆਪਣੇ ਤਨ ਮਨ ਧਨ ਦੇ ਨਾਲ ਆਪਣੇ ਗੁਰੂ ਪੂਰਜਵਾ ਮਹਾਂਪੁਰਸ਼ਾਂ ਦੇ ਦੱਸੇ ਹੋਏ ਉਪਦੇਸ਼ਾਂ ਮੁਤਾਬਕ ਇਸ ਸਥਾਨ ਦੀ ਕੋਟ ਸੁਖੀਆ ਡੇਰਾ ਤਪਸਵੀ ਗਊਸ਼ਾਲਾ ਦੀ ਤਨ ਮਨ ਦੇ ਨਾਲ ਸੇਵਾ ਕਰਕੇ ਇਸ ਸਥਾਨ ਨੂੰ ਚਾਰ ਚੰਨ ਲਾ ਰਹੇ ਹਨ। ਇਹ ਹੈ ਇਸ ਨਗਰ ਦੇ ਇਹ ਉਦਾਸੀਨ ਡੇਰੇ ਦਾ ਪਾਵਨ ਪਵਿੱਤਰ ਇਤਿਹਾਸ ਜੀ।